Attention Outlook। ਮੌਤ ਸਾਡੇ ਜੀਵਨ ਦੀ ਇੱਕ ਅਟੱਲ ਤੇ ਡਰਾਵਣੀ ਸੱਚਾਈ। ਸਹੀ ਮਾਇਨਿਆਂ ਦੇ ਵਿੱਚ ਵੇਖਿਆ ਜਾਵੇ ਤੇ ਜੀਵਨ ਦਾ ਇੱਕੋ ਇੱਕ ਸੱਚ ਮੌਤ ਹੈ। ਸਾਡੇ ਜੀਵਨ ਦੇ ਬਾਕੀ ਸਾਰੇ ਹੀ ਵਰਤਾਰਿਆਂ ਦੇ ਵੱਖ-ਵੱਖ ਲੋਕਾਂ ਦੇ ਲਈ ਵੱਖ-ਵੱਖ ਅਰਥ ਹੋ ਸਕਦੇ ਨੇ। ਕੋਈ ਕਿਸੇ ਗੱਲ ਨੂੰ ਮੰਨ ਸਕਦਾ ਹੈ, ਕੋਈ ਨਹੀਂ ਮੰਨ ਸਕਦਾ, ਮਤਭੇਦ ਹੋ ਸਕਦੇ ਨੇ, ਪਰ ਮੌਤ ਇੱਕ ਅਜਿਹੀ ਸੱਚਾਈ ਹੈ ਜਿਹਨੂੰ ਕੋਈ ਵੀ ਝੁਠਲਾ ਨਹੀਂ ਸਕਦਾ, ਕੋਈ ਇਹਦੇ ਤੋਂ ਮੁਨਕਰ ਨਹੀਂ ਹੋ ਸਕਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 413ਵੇਂ ਅੰਗ ਤੇ ਵਿਰਾਜਮਾਨ ਪਹਿਲੀ ਅਸ਼ਟਪਦੀ ਦੇ ਵਿੱਚ ਗੁਰੂ ਨਾਨਕ ਸਾਹਿਬ ਮੌਤ ਦੇ ਬਾਰੇ 'ਚ ਲੰਬੀ ਚੌੜੀ ਗੱਲਬਾਤ ਕਰਦੇ ਨੇ। ਕਿਸੇ ਦੇ ਮਰ ਜਾਣ ਤੇ ਸਾਡਾ ਰੋਣਾ, ਮਰਨ ਵਾਲੇ ਦੇ ਮਨ ਦੀ ਹਾਲਤ, ਹੋਰ ਜ਼ਿਆਦਾ ਜਿਉਣ ਦੀ ਸਾਡੀ ਲਾਲਸਾ, ਮੌਤ ਉਪਰੰਤ ਹਿੰਦੂ ਮਤ ਦੇ ਵਿੱਚ ਮੰਨਿਆ ਜਾਣ ਵਾਲਾ ਸੂਤਕ, ਇਹਨਾਂ ਸਾਰੇ ਹੀ ਵਿਸ਼ਿਆਂ ਤੇ ਇੱਕ ਹੀ ਅਸ਼ਟਪਦੀ ਦੇ ਵਿੱਚ ਗੁਰੂ ਸਾਹਿਬ ਨੇ ਗੱਲਬਾਤ ਕੀਤੀ ਹੈ। ਇਕਾਗਰ ਚਿੱਤ ਹੋ ਕੇ ਇਸ ਗੱਲਬਾਤ ਨੂੰ ਸੁਣਨ ਦੀ ਤੇ ਸਮਝਣ ਦੀ ਕੋਸ਼ਿਸ਼ ਕਰਿਓ। ਇਸ ਗੱਲਬਾਤ ਦੇ ਦੂਜੇ ਪਾਸੇ ਤੁਸੀਂ ਕੁਝ ਹੱਦ ਤੱਕ ਵੱਖਰੇ ਇਨਸਾਨ ਹੋ ਕੇ ਨਿਕਲੋਗੇ। ਇਸ ਵੀਡੀਓ ਦੇ ਵਿੱਚੋਂ ਕੁਝ ਵੀ ਸਿੱਖਣ ਨੂੰ ਮਿਲੇ ਤੇ ਅੱਗੇ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਸੰਕੋਚ ਨਾ ਕਰਿਓ। ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਆਓ ਸ਼ੁਰੂਆਤ ਕਰੀਏ ਅੱਜ ਦੀ ਗੁਰਬਾਣੀ ਦੀ ਵਿਆਖਿਆ ਦੀ। ਆਸਾ ਮਹਿਲਾ ਪਹਿਲਾ, ਏਕ ਮਰੈ ਪੰਚੇ ਮਿਲ ਰੋਵੈ। ਇੱਕ ਇਨਸਾਨ ਜਦ ਮਰ ਜਾਂਦਾ ਹੈ, ਉਂਝ ਤੇ ਉਹਦੇ ਸਾਰੇ ਹੀ ਸਾਕ ਸੰਬੰਧੀ ਉਹਨੂੰ ਰੋਂਦੇ ਨੇ, ਪਰ ਗੁਰੂ ਸਾਹਿਬ ਇੱਥੇ ਪੰਜਾਂ ਦੀ ਗੱਲ ਕਰ ਰਹੇ ਨੇ। ਮਾਂ, ਪਿਓ, ਭਰਾ, ਪਤਨੀ ਤੇ ਬੱਚਾ, ਇਹ ਪੰਜ ਸਾਡੇ ਕਰੀਬੀ ਰਿਸ਼ਤੇ ਹੁੰਦੇ ਨੇ। ਸਭ ਤੋਂ ਕਰੀਬੀ ਪਹਿਲੇ ਦਰਜੇ ਦੇ ਸਾਡੇ ਰਿਸ਼ਤੇ ਹੁੰਦੇ ਨੇ। ਇਹਨਾਂ ਪੰਜਾਂ ਦੀ ਗੱਲ ਗੁਰੂ ਸਾਹਿਬ ਕਰਦੇ ਨੇ ਕਿ ਇੱਕ ਇਨਸਾਨ ਮਰਦਾ, ਇਹ ਪੰਜੇ ਰੋਂਦੇ। ਹਉਮੈ ਜਾਏ ਸ਼ਬਦ ਮਲ ਧੋਵੈ। ਰੋਣ ਦਾ ਕਾਰਨ ਮੋਹ ਬਣਦਾ ਹੈ। ਸਾਡਾ ਮਰਨ ਵਾਲੇ ਇਨਸਾਨ ਦੇ ਨਾਲ ਮੋਹ ਹੁੰਦਾ ਹੈ, ਇਸੇ ਕਰਕੇ ਅਸੀਂ ਰੋਂਦੇ ਹਾਂ। ਗੁਰੂ ਸਾਹਿਬ ਕਹਿੰਦੇ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਗਿਆ, ਉਹ ਆਪਣੇ ਮਨ ਤੋਂ ਮੋਹ ਦੀ ਮੈਲ ਨੂੰ ਧੋ ਲੈਂਦਾ ਹੈ। ਇਹਦੇ ਨਾਲ ਉਹਦੀ ਹਉਮੈ ਵੀ ਦੂਰ ਹੋ ਜਾਂਦੀ ਹੈ। ਸੁਣਨ ਦੇ ਵਿੱਚ ਇੰਜ ਲੱਗ ਸਕਦਾ ਹੈ ਕਿ ਅਸੀਂ ਮੋਹ ਨੂੰ ਕਿਉਂ ਮੁਕਾਈਏ, ਜਾਂ ਅਸੀਂ ਇਹ ਵੀ ਸੋਚ ਸਕਦੇ ਹਾਂ ਹੁਣ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਿ ਮੋਹ ਵਿਕਾਰ ਕਿਉਂ ਹੈ। ਅਸੀਂ ਤੇ ਸੋਚਦੇ ਹਾਂ ਕਿ ਸਭਨਾਂ ਦੇ ਨਾਲ ਪਿਆਰ ਸਹਿਤ ਵਿਚਰਨਾ ਚਾਹੀਦਾ। ਇੱਥੇ ਇਹ ਗੱਲ ਸਮਝੋ ਕਿ ਪਿਆਰ ਸਹਿਤ ਵਿਚਰਨ ਵਾਲਾ ਜੋ ਪਿਆਰ ਹੈ, ਮੋਹ ਹੈ, ਉਹਦੇ ਵਿੱਚ ਤੇ ਇਹ ਵਾਲਾ ਜੋ ਮੋਹ ਹੈ, ਉਹਦੇ ਵਿੱਚ ਫਰਕ ਹੈ। ਜਿਸ ਮੋਹ ਦੀ ਗੱਲ ਇਸ ਪੰਕਤੀ ਦੇ ਵਿੱਚ ਹੋ ਰਹੀ ਹੈ, ਉਹ ਸਾਨੂੰ ਇਨਸਾਨਾਂ ਦੇ ਨਾਲ ਵੀ, ਵਸਤੂਆਂ ਦੇ ਨਾਲ ਵੀ, ਮਾਇਆ ਦੇ ਨਾਲ ਵੀ ਬੰਨ੍ਹ ਕੇ ਰੱਖਦਾ ਹੈ ਤੇ ਉਹਨਾਂ ਦੇ ਖੁੱਸਣ ਤੇ ਸਾਡੀ ਆਤਮਿਕ ਸ਼ਾਂਤੀ ਨੂੰ ਭੰਗ ਕਰਦਾ ਹੈ। ਇਸ ਗੱਲ ਨੂੰ ਸਮਝਣ ਲਈ ਗੁਰਬਾਣੀ ਦਾ ਜੋ ਪ੍ਰਮੁੱਖ ਏਜੰਡਾ ਹੈ, ਉਹ ਸਮਝਣਾ ਜ਼ਰੂਰੀ ਹੈ, ਤੇ ਉਹ ਇਹ ਹੈ ਤੁਹਾਨੂੰ ਆਤਮਿਕ ਸਥਿਰਤਾ ਵੱਲ ਲੈ ਕੇ ਜਾਣਾ। ਇਹ ਪ੍ਰਮੁੱਖ ਮੰਤਵ ਹੈ ਗੁਰਬਾਣੀ ਦਾ। ਇੱਕ ਇਨਸਾਨ ਨੂੰ ਆਤਮਿਕ ਸਥਿਰਤਾ ਵੱਲ ਲੈ ਕੇ ਜਾਣਾ, ਤੇ ਮੋਹ ਉਸ ਰਾਹ ਦੇ ਵਿੱਚ ਰੋੜਾ ਹੈ। ਇਸੇ ਲਈ ਹੀ ਮੋਹ ਨੂੰ ਵਿਕਾਰ ਕਿਹਾ ਗਿਆ ਹੈ। ਇਸੇ ਲਈ ਹੀ ਇਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਗੱਲ ਕਰਦੇ ਨੇ ਕਿ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੋਹ ਦੀ ਮੈਲ ਨੂੰ ਆਪਣੇ ਮਨ ਤੋਂ ਧੋਵੋ ਤੇ ਆਪਣੀ ਹਉਮੈ ਨੂੰ ਦੂਰ ਕਰੋ। ਸਮਝ ਸੂਝ ਸਹਿਜ ਘਰ ਹੋਵੈ। ਜਿਸ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਗਈ, ਜਿਸ ਪ੍ਰਕਾਰ ਅਸੀਂ ਕਿਹਾ, ਇਹ ਗੱਲ ਹਜਮ ਕਰਨੀ ਥੋੜ੍ਹੀ ਜਿਹੀ ਔਖੀ ਹੈ ਕਿ ਮੋਹ ਵਿਕਾਰ ਕਿਉਂ ਹੈ। ਅਸੀਂ ਕੋਸ਼ਿਸ਼ ਕੀਤੀ ਤੁਹਾਨੂੰ ਸਮਝਾਉਣ ਦੀ ਕਿ ਵਿਕਾਰ ਕਿਉਂ ਹੈ। ਜਿਸ ਇਨਸਾਨ ਨੂੰ ਇਹ ਗੱਲ ਸਮਝ ਦੇ ਵਿੱਚ ਲੱਗ ਗਈ, ਉਹ ਸਹਿਜ ਘਰ ਦੇ ਵਿੱਚ ਆ ਜਾਂਦਾ, ਜਾਣੀ ਕਿ ਆਤਮਿਕ ਅਡੋਲਤਾ ਵਾਲੀ ਅਵਸਥਾ ਦੇ ਵਿੱਚ ਟਿਕ ਜਾਂਦਾ। ਸੌਖਾ ਨਹੀਂ ਹੈ, ਅਸੀਂ ਇਸ ਗੱਲ ਤੋਂ ਬਿਲਕੁਲ ਵੀ ਇਨਕਾਰ ਨਹੀਂ ਕਰਦੇ। ਮੋਹ ਨੂੰ ਮੁਕਾਉਣਾ ਸੌਖਾ ਨਹੀਂ। ਮੇਰੇ ਖਿਆਲ ਦੇ ਵਿੱਚ ਪੰਜਾਂ ਵਿਕਾਰਾਂ ਦੇ ਵਿੱਚੋਂ ਜੇ ਕਿਸੇ ਵਿਕਾਰ ਤੋਂ ਛੁਟਕਾਰਾ ਪਾਉਣਾ ਸਭ ਤੋਂ ਔਖਾ ਹੈ ਤਾਂ ਉਹ ਮੋਹ ਹੈ। ਕਾਮ, ਕ੍ਰੋਧ ਤੇ ਵੀ ਬੰਦਾ ਕਈ ਵਾਰ ਕਾਬੂ ਪਾ ਲੈਂਦਾ, ਲੋਭ ਨੂੰ ਵੀ ਵਸ 'ਚ ਕਰ ਲੈਂਦਾ ਕਿ ਚਲੋ ਛੱਡੋ, ਕਾਹਨੂੰ ਲਾਲਚ ਕਰਨਾ, ਕੀ ਕਰਨਾ ਕੀ ਹੈ ਇੰਨਾ ਧਨ ਪਦਾਰਥ।
ਹੰਕਾਰ ਵੀ ਕਈ ਵਾਰ ਬੰਦੇ ਦਾ ਟੁੱਟ ਜਾਂਦਾ ਹੈ, ਪਰ ਇਹ ਮੋਹ ਜੋ ਹੈ ਇਹ ਭੰਗ ਕਰਨਾ ਬੜਾ ਔਖਾ ਹੈ। ਗੁਰੂ ਦੇ ਸ਼ਬਦ ਨਾਲ ਜੁੜ ਕੇ ਹੀ ਅਸੀਂ ਇਸ ਮੋਹ ਨੂੰ ਭੰਗ ਕਰ ਸਕਦੇ ਹਾਂ। ਮਨੁੱਖ ਖੁਸ਼ੀ ਲਈ, ਸ਼ਾਂਤੀ ਲਈ ਬੜਾ ਕੁਝ ਕਰਦਾ ਹੈ, ਪਰ ਅਸਲੀ ਖੁਸ਼ੀ, ਅਸਲੀ ਸ਼ਾਂਤੀ ਇੱਥੇ ਹੈ। ਗੁਰੂ ਦੇ ਸ਼ਬਦਾਂ ਨਾਲ ਜੁੜ ਜਾਈਏ, ਆਪਣੇ ਅੰਦਰੋਂ ਮੋਹ ਨੂੰ ਖਤਮ ਕਰੀਏ, ਸਹਿਜ ਘਰ, ਸਹਿਜ ਅਵਸਥਾ, ਅਡੋਲਤਾ ਵਾਲੀ ਅਵਸਥਾ ਨੂੰ ਹਾਸਲ ਕਰੀਏ। ਤੇ ਇਹਦੇ ਲਈ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਕਿ ਮੋਹ ਵਿਕਾਰ ਕਿਉਂ ਹੈ। ਬਿਨ ਬੂਝੇ ਸਗਲੀ ਪਤ ਖੋਵ ਹੈ। ਜੇ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ, ਨਹੀਂ ਬੁੱਝਦੇ, ਤਾਂ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਆਪਣੀ ਇੱਜ਼ਤ ਗਵਾਉਂਦੇ ਹਾਂ। ਕੌਣ ਮਰੈ ਕੌਣ ਰੋਵੈ ਉਹੀ। ਗੁਰੂ ਸਾਹਿਬ ਕਹਿੰਦੇ ਕੌਣ ਮਰਦਾ ਹੈ ਤੇ ਕੌਣ ਉਹਨੂੰ ਉਹ ਆਖ ਕੇ ਰੋਂਦਾ ਹੈ ਕਿ ਉਹ ਮਰ ਗਿਆ, ਉਹ ਮਰ ਗਿਆ। ਇਸ ਪੰਕਤੀ ਨੂੰ ਸਵਾਲਨੁਮਾ ਲਿਖ ਕੇ ਗੁਰੂ ਸਾਹਿਬ ਇੱਕ ਗੱਲ ਸਾਨੂੰ ਦੱਸਦੇ ਨੇ ਕਿ ਨਾ ਤੇ ਕੋਈ ਮਰਦਾ ਹੈ ਤੇ ਨਾ ਹੀ ਉਹਨੂੰ ਉਹ ਕਰਕੇ ਕੋਈ ਰੋਂਦਾ ਹੈ। ਕਾਰਨ ਕਾਰਨ ਸਭ ਸਹਿ ਸਿਰ ਤੋਂ ਹੀ ਰਹਾਓ। ਸਾਰਿਆਂ ਦੇ ਹੀ ਸਿਰ ਤੇ ਸੁਆਮੀ ਉਹ ਪ੍ਰਮਾਤਮਾ ਹੈ, ਸਾਰਿਆਂ ਦੇ ਹੀ ਅੰਦਰ ਵਸਣ ਵਾਲਾ ਵੀ ਉਹ ਪ੍ਰਮਾਤਮਾ ਆਪ ਹੈ। ਮਰਦਾ ਵੀ ਉਹ ਆਪ ਹੀ ਹੈ ਤੇ ਮਰਨ ਵਾਲੇ ਨੂੰ ਰੋਂਦਾ ਵੀ ਉਹ ਆਪ ਹੀ ਹੈ, ਕਿਉਂਕਿ ਮਰਨ ਵਾਲੇ ਦੇ ਅੰਦਰ ਵੀ ਪ੍ਰਮਾਤਮਾ ਹੈ, ਰੋਣ ਵਾਲੇ ਦੇ ਅੰਦਰ ਵੀ ਉਸੇ ਹੀ ਪ੍ਰਮਾਤਮਾ ਦੀ ਜੋਤ ਹੈ। ਮੂਏ ਕੋ ਰੋਵੈ ਦੁੱਖ ਕੋਈ, ਸੋ ਰੋਵੈ ਜਿਸ ਬੇਦਨ ਹੋਏ। ਕਹਿੰਦੇ ਮਰੇ ਹੋਏ ਨੂੰ ਉਹਦੀ ਤਕਲੀਫ ਕਰਕੇ ਕੋਈ ਨਹੀਂ ਰੋਂਦਾ। ਮੂਏ ਕੋ ਰੋਵੈ ਦੁੱਖ ਕੋਈ, ਉਹਦੀ ਤਕਲੀਫ ਕਰਕੇ ਕੋਈ ਨਹੀਂ ਰੋਂਦਾ। ਸੋ ਰੋਵੈ ਜਿਸ ਬੇਦਨ ਹੋਏ। ਮਰੇ ਹੋਏ ਨੂੰ ਉਹੀ ਰੋਂਦਾ ਜਿਹਨੂੰ ਖੁਦ ਨੂੰ ਕੋਈ ਤਕਲੀਫ ਹੋਈ ਹੋਵੇ ਉਹਦੇ ਮਰਨ ਦੇ ਨਾਲ, ਜਿਹਦਾ ਖੁਦ ਦਾ ਕੋਈ ਨੁਕਸਾਨ ਹੋਇਆ ਹੋਵੇ, ਜਿਹਦੇ ਖੁਦ ਦੇ ਸਿਰ ਕੋਈ ਵਿਪਤਾ ਆਣ ਪਈ ਹੋਵੇ। ਅੱਜ ਜ਼ਮਾਨਾ ਥੋੜ੍ਹਾ ਜਿਹਾ ਬਦਲ ਗਿਆ, ਹਾਲਾਂਕਿ ਅਸੀਂ ਅੱਜ ਵੀ ਰੋਂਦੇ ਇਸੇ ਕਰਕੇ ਹੀ ਹਾਂ। ਪ੍ਰਮੁੱਖ ਕਾਰਨ ਇਹੀ ਹੈ। ਪਰ ਜਿਨ੍ਹਾਂ ਵੇਲਿਆਂ ਦੇ ਵਿੱਚ ਗੁਰੂ ਸਾਹਿਬ ਨੇ ਇਹ ਪੰਕਤੀਆਂ ਲਿਖੀਆਂ, ਪ੍ਰਮੁੱਖ ਤੌਰ 'ਤੇ ਜੋ ਹੈ ਬੰਦੇ ਬਾਹਰ ਕੰਮ ਕਰਦੇ ਸਨ, ਕਮਾਈ ਕਰਦੇ ਸਨ, ਔਰਤਾਂ ਘਰ ਦਾ ਕੰਮ ਕਰਦੀਆਂ ਸਨ, ਪਰ ਫਿਰ ਵੀ ਉਹ ਦੋਨੋਂ ਇੱਕ ਦੂਜੇ ਦੇ ਪੂਰਕ ਸਨ। ਤੇ ਅੱਜ ਵੀ ਉਹੀ ਗੱਲ ਹੈ, ਦੋਨੋਂ ਇੱਕ ਦੂਜੇ ਦੇ ਪੂਰਕ ਹਨ। ਜੇ ਬੰਦਾ ਮਰਦਾ ਹੈ ਤਾਂ ਔਰਤ ਨੂੰ ਹੁੰਦਾ ਕਿ ਕਮਾ ਕੇ ਕੌਣ ਲਿਆਏਗਾ, ਉਹਦੇ ਆਪ ਦੇ ਸਿਰ ਵਿਪਤਾ ਆਣ ਪੈਂਦੀ ਹੈ। ਜੇ ਔਰਤ ਮਰਦੀ ਹੈ ਤਾਂ ਬੰਦੇ ਨੂੰ ਹੁੰਦਾ ਹੈ ਕਿ ਹੁਣ ਮੈਂ ਬਾਹਰ ਵੀ ਕੰਮ ਕਰਾਂ, ਹੁਣ ਮੈਨੂੰ ਘਰ ਵੀ ਸਾਂਭਣਾ ਪੈਣਾ। ਸਾਡਾ ਕੋਈ ਬੱਚਾ ਮਰ ਜਾਏ, ਸਾਨੂੰ ਲੱਗਦਾ ਕਿ ਸਾਡੇ ਜੀਵਨ ਦਾ ਸਹਾਰਾ ਖੁੱਸ ਗਿਆ। ਇੰਜ ਦੇ ਹੀ ਕਾਰਨ ਨੇ। ਬਸ ਮਰੇ ਹੋਏ ਨੂੰ ਅਸੀਂ ਬਸ ਇਸੇ ਕਰਕੇ ਰੋਂਦੇ ਹਾਂ ਕਿ ਉਹਦੇ ਮਰਨ ਕਰਕੇ ਸਾਡੇ ਸਿਰ ਕੋਈ ਨਾ ਕੋਈ ਵਿਪਤਾ ਆਣ ਪੈਂਦੀ ਹੈ। ਮਰੇ ਹੋਏ ਦੀ ਤਕਲੀਫ ਕਰਕੇ ਨਹੀਂ ਅਸੀਂ ਰੋਂਦੇ। ਇਹ ਗੱਲ ਸਾਡੇ ਅਵਚੇਤਨ ਮਨ ਦੇ ਵਿੱਚ ਹੀ ਇੱਦਾਂ ਵਸੀ ਹੋਈ ਹੈ। ਅਸੀਂ ਕੋਈ ਚਤੰਨ ਹੋ ਕੇ ਸੋਚ ਕੇ ਇਹ ਗੱਲ ਨਹੀਂ ਰੋਂਦੇ। ਮਰੇ ਹੋਏ ਨੂੰ ਅਸੀਂ ਜਦ ਰੋਂਦੇ ਹਾਂ ਤਾਂ ਇਹ ਸੋਚ ਨਹੀਂ ਰਹੇ ਹੁੰਦੇ ਕਿ ਉਹਦੇ ਕਰਕੇ ਸਾਡਾ ਇਹ ਨੁਕਸਾਨ ਹੋ ਰਿਹਾ ਹੈ ਜਾਂ ਸਾਡੇ ਸਿਰ ਇਹ ਵਿਪਤਾ ਆਣ ਪਈ ਹੈ। ਇਹ ਉਸ ਪ੍ਰਮਾਤਮਾ ਦੀ ਬਣਾਈ ਲੀਲਾ ਹੀ ਹੈ ਕਿ ਸਾਡੇ ਅਵਚੇਤਨ ਮਨ ਦੇ ਵਿੱਚ ਹੀ ਇਹ ਗੱਲਾਂ ਹੁੰਦੀਆਂ ਨੇ, ਜਿਹੜੀਆਂ ਸਾਡੇ ਹੰਝੂਆਂ ਦੇ ਰੂਪ 'ਚ ਬਾਹਰ ਆਉਂਦੀਆਂ। ਸੋ ਰੋਵੈ ਜਿਸ ਬੇਦਨ ਹੋਏ, ਜਿਸ ਬੀਤੀ ਜਾਣੈ ਪ੍ਰਭ ਸੋਏ, ਆਪੇ ਕਰਤਾ ਕਰੇ ਸੋ ਹੋਏ। ਮਰਨ ਵਾਲੇ 'ਤੇ ਜੋ ਬੀਤਦੀ ਹੈ ਉਹਨੂੰ ਪ੍ਰਮਾਤਮਾ ਆਪ ਹੀ ਜਾਣਦਾ ਹੈ ਤੇ ਹੁੰਦਾ ਉਹੀ ਹੈ ਜੋ ਉਹ ਪ੍ਰਮਾਤਮਾ ਆਪ ਕਰਦਾ ਹੈ। ਜੀਵਤ ਮਰਨਾ ਤਾਰੇ ਤਰਨਾ। ਤਾਰੇ ਤਰਨਾ ਤੋਂ ਭਾਵ ਸੰਸਾਰ ਸਮੁੰਦਰ ਤੋਂ ਤਰਨ ਦੇ ਲਈ ਬੇੜੀ। ਜੀਵਤ ਮਰਨਾ ਤੋਂ ਭਾਵ ਸਾਡੇ ਅੰਦਰੋਂ ਜਿਉਣ ਦੀ ਲਾਲਸਾ ਮੁੱਕ ਜਾਣੀ। ਤਾਂਘ ਨਹੀਂ, ਲਾਲਸਾ ਮੁੱਕ ਜਾਣੀ। ਜੇ ਜਿਉਣ ਦੀ ਤਾਂਘ ਮੁੱਕ ਜਾਏ ਤੇ ਇਨਸਾਨ ਖੁਦਕੁਸ਼ੀ ਕਰ ਲੈਂਦਾ, ਆਤਮ ਹੱਤਿਆ ਕਰ ਲੈਂਦਾ। ਪਰ ਇੱਥੇ ਲਾਲਸਾ ਦੀ ਗੱਲ ਹੋ ਰਹੀ ਹੈ। ਜਦੋਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਕਦੇ ਮਰੀਏ ਹੀ ਨਾ, ਅਸੀਂ ਅਮਰ ਹੋ ਜਾਈਏ, ਅਸੀਂ ਹਰ ਹੀਲਾ ਵਸੀਲਾ ਕਰਦੇ ਹਾਂ ਕਿ ਜੀਵਤ ਰਹੀਏ, ਲੰਬੀ ਤੋਂ ਲੰਬੀ ਉਮਰ ਮਾਣੀਏ, ਪਰ ਇਹ ਸੰਭਵ ਨਹੀਂ ਹੈ। 100 ਹੀਲਾ ਵਸੀਲਾ ਕਰਕੇ ਹੋ ਸਕਦਾ ਅਸੀਂ ਆਪਣੇ ਜੀਵਨ ਦੇ ਵਿੱਚ 5 ਸਾਲ 10 ਸਾਲ 15 20 ਸਾਲ ਵੀ ਜਮ੍ਹਾਂ ਕਰ ਲਈਏ। ਜਿੱਥੇ 60 ਦੇ ਹੋ ਕੇ ਮਰਨਾ ਸੀ, ਹੀਲੇ ਵਸੀਲਿਆਂ ਨਾਲ ਹੋ ਸਕਦਾ 80 ਤੱਕ ਪਹੁੰਚ ਜਾਈਏ, 100 ਤੱਕ ਪਹੁੰਚ ਜਾਈਏ, 120 ਤੱਕ ਪਹੁੰਚ ਜਾਈਏ। ਪਰ ਇਹ ਨਹੀਂ
ਕਿ ਕਦੇ ਮਰਾਂਗੇ ਹੀ ਨਹੀਂ। ਜਿਸ ਪ੍ਰਕਾਰ ਅਸੀਂ ਵੀਡੀਓ ਦੀ ਸ਼ੁਰੂਆਤ 'ਚ ਕਿਹਾ, ਮੌਤ ਸਾਡੇ ਜੀਵਨ ਦੀ ਅਟੱਲ ਸੱਚਾਈ ਹੈ, ਇਹਨੂੰ ਅਸੀਂ ਝੁਠਲਾ ਨਹੀਂ ਸਕਦੇ। ਤੇ ਜਿਉਣ ਦੀ ਲਾਲਸਾ ਸਾਡੇ ਅੰਦਰ ਹੁੰਦੀ ਹੈ, ਉਸੇ ਲਾਲਸਾ ਨੂੰ ਮਾਰਨਾ। ਜੀਵਤ ਮਰਨਾ ਉਸੇ ਲਾਲਸਾ ਦਾ ਮਰ ਜਾਣਾ ਜੀਵਤ ਮਰਨਾ ਹੈ। ਕਿ ਜੇ ਸਾਡੇ ਅੰਦਰੋਂ ਜਿਉਣ ਦੀ ਉਹ ਲਾਲਸਾ ਮੁੱਕ ਜਾਏ, ਅਸੀਂ ਜਿਉਂਦੇ ਜੀ ਮਰ ਗਏ। ਤਾਰੇ ਤਰਨਾ ਤੇ ਇਹੀ ਅਹਿਸਾਸ ਜੋ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਲਈ ਸਾਡੀ ਬੇੜੀ ਹੈ। ਜੈ ਜਗਦੀਸ਼ ਪਰਮਗਤ ਸ਼ਰਨ। ਪਰ ਇਹ ਵਾਲੀ ਜੋ ਆਤਮਿਕ ਅਵਸਥਾ ਹੈ ਬੜੀ ਉੱਚੀ ਹੈ, ਤੇ ਇਹ ਉੱਚੀ ਅਵਸਥਾ ਸਾਨੂੰ ਜਗਤ ਦੇ ਮਾਲਕ ਪ੍ਰਭੂ ਦੀ ਸ਼ਰਨ ਪਿਆ ਲੱਭਦੀ ਹੈ। ਕਿਉਂਕਿ ਪ੍ਰਭੂ ਦੀ ਸ਼ਰਨ ਗੁਰੂ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਸੋ ਹਉ ਬਲਿਹਾਰੀ ਸਤਿਗੁਰ ਚਰਨਾ। ਗੁਰੂ ਸਾਹਿਬ ਕਹਿੰਦੇ ਕਿ ਮੈਂ ਗੁਰੂ ਦੇ ਚਰਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਬਲਿਹਾਰੇ ਜਾਂਦਾ ਹਾਂ। ਗੁਰ ਬੋਹਤ ਸ਼ਬਦ ਭੈ ਤਰਨਾ। ਗੁਰੂ ਇੱਕ ਜਹਾਜ਼ ਹੈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਭਵ ਸਾਗਰ ਤੋਂ ਪਾਰ ਲੰਘ ਸਕੀਦਾ ਹੈ। ਨਿਰਭਉ ਆਪ ਨਿਰੰਤਰ ਜੋਤ। ਉਹ ਪ੍ਰਮਾਤਮਾ ਨਿਰਭਉ ਹੈ, ਉਸ ਪ੍ਰਮਾਤਮਾ ਨੂੰ ਕਿਸੇ ਦਾ ਵੀ ਡਰ ਨਹੀਂ ਹੈ, ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਉਸ ਪ੍ਰਮਾਤਮਾ ਦੀ ਜੋਤ ਨਿਰੰਤਰ ਚੱਲ ਰਹੀ ਹੈ। ਹਰੇਕ ਜੀਵ ਦੇ ਵਿੱਚ ਉਹ ਇੱਕ ਰਸ ਮੌਜੂਦ ਹੈ। ਬਿਨ ਨਾਮੈ ਸੂਤਕ ਜਗ ਛੋਤ। ਨਾਮ ਤੋਂ ਖੁੰਝਿਆ ਹੋਇਆ ਇਹ ਜਗਤ ਸੂਤਕ ਅਤੇ ਛੂਤ ਵਰਗੀਆਂ ਅਲਾਮਤਾਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ। ਸੂਤਕ ਉਸ ਪ੍ਰਕਿਰਿਆ ਦਾ ਨਾਮ ਹੈ ਜਦੋਂ ਕਿਸੇ ਦੇ ਜਨਮ ਜਾਂ ਮੌਤ ਤੋਂ ਬਾਅਦ ਦੇ ਮਿੱਥੇ ਹੋਏ ਕੁਝ ਦਿਨਾਂ ਨੂੰ ਅਪਵਿੱਤਰ ਮੰਨਿਆ ਜਾਂਦਾ। ਹਿੰਦੂ ਮਤ ਦੇ ਵਿੱਚ ਇਹ ਗੱਲ ਹੈ। ਤੇ ਛੂਤ ਕਿਸੇ ਵੀ ਕਾਰਨ ਕਰਕੇ ਦੂਸਰੇ ਜੀਵਾਂ ਤੋਂ, ਇਨਸਾਨਾਂ ਤੋਂ ਨਫ਼ਰਤ ਕਰਨੀ, ਭਾਵੇਂ ਉਹ ਜਾਤੀ ਦੇ ਆਧਾਰ 'ਤੇ ਹੋਵੇ, ਭਾਵੇਂ ਰੰਗ ਦੇ ਆਧਾਰ 'ਤੇ ਹੋਵੇ। ਬਿਨ ਨਾਮ ਹੈ ਸੂਤਕ ਜਗ ਛੋਤ। ਨਾਮ ਤੋਂ ਖੁੰਝਿਆ ਹੋਇਆ ਜਗਤ ਸੂਤਕ ਤੇ ਛੂਤ ਦੇ ਵਿੱਚ ਹੀ ਫਸਿਆ ਰਹਿੰਦਾ ਹੈ, ਇਹਨਾਂ ਅਲਾਮਤਾਂ ਦੇ ਵਿੱਚ ਜਕੜਿਆ ਰਹਿੰਦਾ ਹੈ। ਦੁਰਮਤ ਬਿਨਸੈ ਕਿਆ ਕਹਿ ਰੋਤ। ਦੁਰਮਤ ਦੇ ਕਾਰਨ ਇਹ ਜਗਤ ਬਿਨਸ ਰਿਹਾ ਹੈ, ਆਤਮਿਕ ਮੌਤੇ ਮਰ ਰਿਹਾ ਹੈ। ਕਿਆ ਕਹਿ ਰੋਤ। ਗੁਰੂ ਸਾਹਿਬ ਕਹਿੰਦੇ ਇਹ ਗੱਲ ਆਖ ਕੇ ਕੋਈ ਕੀ ਰੋਵੇ, ਕੀ ਇਸ ਗੱਲ ਦਾ ਕੋਈ ਗਿਲਾ ਸ਼ਿਕਵਾ ਕਰੇ। ਪਰਮਾਤਮਾ ਦੇ ਬਣਾਏ ਹੋਏ ਅਨੰਤ ਵਰਤਾਰਿਆਂ ਦੇ ਵਿੱਚੋਂ ਇੱਕ ਵਰਤਾਰਾ ਇਹ ਵੀ ਹੈ। ਜਨਮ ਮੂਏ ਬਿਨ ਭਗਤ ਸਰੋਤ। ਸਰੋਤ ਤੋਂ ਭਾਵ ਸੁਣਨਾ। ਉਸ ਪਰਮਾਤਮਾ ਦੀ ਭਗਤੀ ਕੀਤੇ ਬਿਨਾਂ ਤੇ ਭਗਤੀ ਸੁਣੇ ਬਿਨਾਂ ਜੋ ਮਨੁੱਖ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਮੂਏ ਕਉ ਸੱਚ ਰੋਵੈ ਮੀਤ, ਤ੍ਰੈ ਗੁਣ ਰੋਵੈ ਨੀਤਾ ਨੀਤ। ਇਸ ਪੰਕਤੀ ਦੇ ਵਿੱਚ ਹਉਮੈ ਦੇ ਮਰਨ ਦੀ ਗੱਲ ਹੋ ਰਹੀ ਹੈ। ਮੂਏ ਕਉ ਜਾਣੀ ਕਿ ਮਰੀ ਹੋਈ ਹਉਮੈ, ਤੇ ਮੀਤ ਉਹਦੇ ਮਿੱਤਰ ਹਨ ਪੰਜੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਗੁਰੂ ਸਾਹਿਬ ਕਹਿੰਦੇ ਆਪੇ ਭਾਵ ਦੇ ਮਰੇ ਹੋਏ ਨੂੰ, ਆਪੇ ਭਾਵ ਨੂੰ, ਮਰੇ ਹੋਏ ਆਪੇ ਭਾਵ ਨੂੰ ਸੱਚਮੁੱਚ ਹੀ ਉਹਦੇ ਪਹਿਲੇ ਮਿੱਤਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੋਂਦੇ ਨੇ। ਤ੍ਰੈ ਗੁਣ ਰੋਵੈ ਨੀਤਾ ਨੀਤ। ਮਾਇਆ ਦੇ ਤਿੰਨ ਗੁਣ ਰਜੋ ਤਮੋ ਸਤੋ ਨਿਤ ਨਿਤ ਮਰੇ ਹੋਏ ਆਪੇ ਭਾਵ ਨੂੰ ਰੋਂਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਮਿੱਤਰ ਸਾਥ ਛੱਡ ਗਿਆ। ਦੁੱਖ ਸੁਖ ਪਰ ਹਰ ਸਹਿਜ ਸੁਚੀਤ, ਤਨ ਮਨ ਸੌਂਪੋ ਕ੍ਰਿਸ਼ਨ ਪ੍ਰੀਤ। ਮਾਇਆ ਦੇ ਤਿੰਨ ਗੁਣ ਇਸ ਕਰਕੇ ਵੀ ਆਪੇ ਭਾਵ ਦੀ ਮੌਤ ਨੂੰ ਰੋਂਦੇ ਨੇ, ਕਿਉਂਕਿ ਜਿਸ ਇਨਸਾਨ ਦੇ ਵਿੱਚ ਪਹਿਲਾਂ ਆਪਾ ਭਾਵ ਸੀ, ਹੁਣ ਉਹਨੇ ਆਪਣਾ ਤਨ ਤੇ ਆਪਣਾ ਮਨ ਪਰਮਾਤਮਾ ਦੀ ਪ੍ਰੀਤ ਤੋਂ ਭੇਟਾ ਕਰ ਦਿੱਤਾ ਹੈ। ਉਹ ਦੁੱਖ ਸੁੱਖ ਦਾ ਅਹਿਸਾਸ ਤਿਆਗ ਕੇ ਅਡੋਲ ਅਵਸਥਾ ਵਿੱਚ ਸੁਚੇਤ ਹੋ ਗਿਆ ਹੈ। ਇਹ ਵੀ ਬੜੀ ਮਹੱਤਵਪੂਰਨ ਸਿੱਖਿਆ ਅੱਜ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਲੈਣੀ ਹੈ ਕਿ ਦੁੱਖ ਸੁੱਖ ਦਾ ਅਹਿਸਾਸ ਤਿਆਗ ਕੇ ਆਤਮਿਕ ਅਡੋਲਤਾ ਦੇ ਵਿੱਚ ਟਿਕ ਜਾਣਾ। ਜੋ ਅਸੀਂ ਗੁਰਬਾਣੀ ਦੇ ਪ੍ਰਮੁੱਖ ਮੰਤਵ ਦੀ ਗੱਲ ਕੀਤੀ ਹੈ ਉਹ ਇਹੀ ਹੈ ਕਿ ਨਾ ਸਾਨੂੰ ਕਿਸੇ ਵਰਤਾਰੇ ਦਾ ਦੁੱਖ ਹੋਵੇ, ਨਾ ਸਾਨੂੰ ਕਿਸੇ ਵਰਤਾਰੇ ਦਾ ਸੁੱਖ ਹੋਵੇ। ਦੁੱਖ ਸੁੱਖ ਦਾ ਫਰਕ ਮਿਟਾ ਕੇ ਅਸੀਂ ਸਥਿਰਤਾ ਦੀ ਸਥਿਤੀ ਨੂੰ ਹਾਸਲ ਕਰ ਲਈਏ, ਆਤਮਿਕ ਅਡੋਲਤਾ ਦੀ ਹਾਲਤ ਦੇ ਵਿੱਚ ਟਿਕ ਜਾਈਏ। ਭੀਤਰ ਏਕ ਅਨੇਕ ਅਸੰਖ। ਸਾਡੇ ਅੰਦਰ ਇੱਕ ਪਰਮਾਤਮਾ ਵਸਦਾ ਹੈ।
ਪਰ ਉਸ ਇੱਕ ਪਰਮਾਤਮਾ ਦੇ ਅਨੇਕਾਂ ਹੀ ਬੇਅੰਤ ਰੂਪ ਹਨ। ਸਾਰੇ ਹੀ ਜੀਵ, ਸਾਰੀ ਹੀ ਬਨਸਪਤੀ ਇਸ ਸ੍ਰਿਸ਼ਟੀ ਦੀ ਉਸ ਪਰਮਾਤਮਾ ਦੇ ਸਰਗੁਣ ਰੂਪ ਹਨ, ਵੇਖੇ ਜਾ ਸਕਣ ਵਾਲੇ ਰੂਪ ਹਨ। ਕਰਮ ਧਰਮ ਬਹੁ ਸੰਖ ਅਸੰਖ, ਇਹ ਗੱਲ ਭੁੱਲ ਕੇ ਕਿ ਪਰਮਾਤਮਾ ਸਾਡੇ ਅੰਦਰ ਵਸਦਾ ਹੈ ਤੇ ਸ੍ਰਿਸ਼ਟੀ ਦਾ ਹਰ ਜੀਵ ਹੀ ਉਸ ਪਰਮਾਤਮਾ ਦਾ ਸਰਗੁਣ ਰੂਪ ਹੈ। ਇਹ ਗੱਲ ਭੁੱਲ ਕੇ ਮਨੁੱਖ ਨੇ ਅਨੇਕਾਂ ਹੀ ਬੇਅੰਤ ਧਰਮ ਕਰਮ ਰਚ ਲਏ ਉਸ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਜੋ ਸਾਡੇ ਅੰਦਰ ਵਸਦਾ ਹੈ। ਧਰਮ ਕਰਮ ਰਚ ਲਏ ਕਿ ਇਹ ਕਰੋ ਪਰਮਾਤਮਾ ਮਿਲ ਜਾਏਗਾ, ਇਹ ਕਰੋ ਮੁਕਤੀ ਮਿਲ ਜਾਏਗੀ। ਪਰ ਅਸਲ ਗੱਲ ਇਹ ਹੈ ਕਿ ਬਿਨ ਭੈ ਭਗਤੀ ਜਨਮ ਬਿਰੰਤ, ਪਰਮਾਤਮਾ ਦੇ ਡਰ ਅਦਬ ਦੇ ਵਿੱਚ ਰਹਿ ਕੇ ਉਹਦੀ ਭਗਤੀ ਕੀਤੇ ਤੋਂ ਬਿਨਾਂ ਸਾਡਾ ਜਨਮ ਵਿਅਰਥ ਹੀ ਜਾਂਦਾ ਹੈ। ਹਰ ਗੁਣ ਗਾਵੈ ਮਿਲ ਪਰਮਾਰੰਥ, ਪਰਮਾਰੰਥ ਤੋਂ ਭਾਵ ਜੀਵਨ ਦਾ ਪਰਮ ਮਨੋਰਥ, ਅਸਲ ਮਨੋਰਥ। ਜਿਹੜੇ ਵੀ ਇਨਸਾਨ ਮਿਲ ਕੇ ਉਸ ਹਰੀ ਪਰਮਾਤਮਾ ਦੇ ਗੁਣ ਗਾਉਂਦੇ ਹਨ, ਉਹ ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕਰ ਲੈਂਦੇ ਹਨ। ਆਪ ਮਰੈ ਮਾਰੇ ਵੀ ਆਪ, ਆਪ ਉਪਾਏ ਥਾਪ ਉਥਾਪ। ਜਦ ਕੋਈ ਮਰਦਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਮਰਨ ਵਾਲਾ ਵੀ ਉਹ ਪਰਮਾਤਮਾ ਆਪ ਹੈ, ਮਾਰਨ ਵਾਲਾ ਵੀ ਉਹ ਪਰਮਾਤਮਾ ਆਪ ਹੀ ਹੈ। ਆਪ ਹੀ ਉਸ ਪਰਮਾਤਮਾ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਪੈਦਾ ਕਰਕੇ ਆਪ ਹੀ ਉਹਦਾ ਨਾਸ ਵੀ ਕਰਦਾ ਹੈ। ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ, ਸ਼ਬਦ ਵਿਚਾਰ ਮਿਲਨ ਨਹੀਂ ਭਰਾ, ਭਰਾਤ ਤੋਂ ਭਾਵ ਭਟਕਣਾ। ਹੇ ਜੋਤ ਰੂਪ ਪ੍ਰਭੂ, ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ, ਤੂੰ ਆਪ ਹੀ ਅਨੇਕਾਂ ਜਾਤੀਆਂ ਪੈਦਾ ਕਰ ਦਿੱਤੀਆਂ ਹਨ। ਇਹ ਗੱਲ ਯਾਦ ਰੱਖਿਓ, ਇੱਥੇ ਜਾਤੀਆਂ ਤੋਂ ਭਾਵ ਉਹ ਜਾਤਾਂ ਪਾਤਾਂ ਨਹੀਂ ਜਿਨ੍ਹਾਂ ਦੇ ਵਿੱਚ ਮਨੁੱਖ ਨੇ ਆਪਣੇ ਆਪ ਨੂੰ ਵੰਡ ਲਿਆ ਹੈ। ਜਾਤੀਆਂ ਤੋਂ ਭਾਵ ਵੱਖ-ਵੱਖ ਜੀਵਾਂ ਦੀਆਂ ਪ੍ਰਜਾਤੀਆਂ। ਮਨੁੱਖ ਇੱਕ ਜਾਤੀ ਹੈ, ਪਸ਼ੂ ਇੱਕ ਜਾਤੀ ਹੈ, ਪੰਛੀ ਇੱਕ ਜਾਤੀ ਹੈ। ਉਹਨਾਂ ਜਾਤੀਆਂ ਦੀ ਇੱਥੇ ਗੱਲ ਹੋ ਰਹੀ ਹੈ। ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼ ਜਾਂ ਇਹਨਾਂ ਜਾਤੀਆਂ ਦੀ ਗੱਲ ਨਹੀਂ ਇੱਥੇ ਹੋ ਰਹੀ। ਸੋ ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ, ਸ਼ਬਦ ਵਿਚਾਰ ਮਿਲਣ ਨਹੀਂ ਭਰਾਤ। ਕਿ ਹੇ ਜੋਤ ਰੂਪ ਪ੍ਰਭੂ, ਤੂੰ ਆਪ ਹੀ ਸ੍ਰਿਸ਼ਟੀ ਉਪਜਾਈ, ਆਪ ਹੀ ਸਾਰੀਆਂ ਜਾਤੀਆਂ ਪੈਦਾ ਕੀਤੀਆਂ। ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨੂੰ ਆਪਣੇ ਮਨ ਵਿੱਚ ਟਿਕਾ ਕੇ ਜੀਵ ਦਾ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ, ਉਹਦੀ ਭਟਕਣਾ ਦੂਰ ਹੋ ਜਾਂਦੀ ਹੈ। ਸੂਤਕ ਛੂਤ ਆਦਿਕ ਦੀ ਭਟਕਣਾ ਉਹਨੂੰ ਨਹੀਂ ਰਹਿੰਦੀ। ਸੂਤਕ ਅਗਨ ਭਖੈ ਜਗ ਖਾਈ, ਸੂਤਕ ਜਲ ਥਲ ਸਭ ਹੀ ਥਾਈ। ਸੂਤਕ ਦਾ ਮੁੱਢ ਵੱਜਦਾ ਹੈ ਜਨਮ ਤੋਂ ਅਤੇ ਮੌਤ ਤੋਂ, ਕਿ ਜਨਮ ਹੋ ਗਿਆ ਹੁਣ ਇੰਨੇ ਦਿਨ ਦਾ ਸੂਤਕ, ਮੌਤ ਹੋ ਗਈ ਹੁਣ ਇੰਨੇ ਦਿਨ ਦਾ ਸੂਤਕ। ਗੁਰੂ ਸਾਹਿਬ ਕਹਿੰਦੇ ਅੱਗ ਤੇ ਹਰ ਘਰ ਦੇ ਵਿੱਚ ਜਨਮਦੀ ਹੈ। ਅੱਗ ਵੀ ਇੱਕ ਪ੍ਰਜਾਤੀ ਹੈ। ਅੱਗ ਸ਼ੁਰੂ ਕਰਦੇ ਹਾਂ ਤਾਂ ਇੱਕ ਜਨਮ ਹੋ ਰਿਹਾ ਹੈ ਤੇ ਸਾਨੂੰ ਨਹੀਂ ਪਤਾ ਕਿ ਉਸ ਅੱਗ ਨੂੰ ਜਲਾਉਣ ਕਰਕੇ ਸੂਖਮ ਜੀਵ ਜਿਨ੍ਹਾਂ ਨੂੰ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖ ਨਹੀਂ ਸਕਦੇ, ਕਿੰਨੇ ਹੀ ਮਰ ਜਾਂਦੇ ਨੇ। ਧਰਤੀ ਦੇ ਉੱਪਰ ਜਿੱਥੇ ਕਿਤੇ ਵੀ ਅਸੀਂ ਬੈਠੇ ਹਾਂ, ਇਹ ਸੂਖਮ ਜੀਵ ਕਿੰਨੇ ਹੀ ਪੈਦਾ ਹੋ ਰਹੇ ਨੇ, ਕਿੰਨੇ ਹੀ ਮਰ ਰਹੇ ਨੇ, ਸਾਨੂੰ ਕੀ ਪਤਾ। ਜਲ ਦੇ ਨੇੜੇ ਹਾਂ ਤਾਂ ਜਲ ਦੇ ਵਿੱਚ ਵੀ ਇਹ ਵਰਤਾਰੇ ਹੋ ਰਹੇ ਨੇ। ਤੇ ਜੇ ਵਾਕਿਆ ਹੀ ਕਿਸੇ ਜਨਮ ਤੇ ਮੌਤ ਤੋਂ ਬਾਅਦ ਕੁਝ ਦਿਨ ਸੂਤਕ ਹੁੰਦਾ ਤਾਂ ਸਾਰੀ ਜ਼ਿੰਦਗੀ ਸਾਡੀ ਸੂਤਕ ਦੇ ਵਿੱਚ ਹੀ ਲੰਘ ਜਾਵੇ, ਕਿਉਂਕਿ ਜਨਮ ਤੇ ਮੌਤ ਦਾ ਇਹ ਸਿਲਸਿਲਾ ਤਾਂ ਇਸ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਨਿਰੰਤਰ ਚੱਲਦਾ ਆ ਰਿਹਾ। ਤੇ ਜੇ ਅਸੀਂ ਇਹ ਕਹੀਏ ਕਿ ਸਿਰਫ ਇਨਸਾਨਾਂ ਦੇ ਮਰਨ ਤੋਂ ਬਾਅਦ ਹੀ ਸੂਤਕ ਹੁੰਦਾ ਤਾਂ ਇਹ ਗੱਲ ਲੌਜੀਕਲੀ ਠੀਕ ਨਹੀਂ ਪੈਂਦੀ। ਪਰਮਾਤਮਾ ਦੀ ਨਜ਼ਰ ਦੇ ਵਿੱਚ ਤੇ ਸਾਰੀਆਂ ਪ੍ਰਜਾਤੀਆਂ ਇੱਕ ਜਿਹੀਆਂ ਹੀ ਨੇ। ਉਹਦੀ ਨਜ਼ਰ ਦੇ ਵਿੱਚ ਪਸ਼ੂ ਵੀ ਉਨੇ ਹੀ ਮਹੱਤਵਪੂਰਨ ਨੇ, ਪੰਛੀ ਵੀ ਤੇ ਮਨੁੱਖ ਵੀ। ਸੋ ਸੂਤਕ ਅਗਨ ਭਖੈ ਜਗ ਖਾਏ, ਸੂਤਕ ਜਲ ਥਲ ਸਭ ਹੀ ਥਾਏ। ਨਾਨਕ ਸੂਤਕ ਜਨਮ ਮਰੀਜੈ, ਗੁਰ ਪ੍ਰਸਾਦੀ ਹਰ ਰਸ ਪੀਜੈ। ਹੇ ਨਾਨਕ, ਸੂਤਕ ਦੇ ਭਰਮ ਵਿੱਚ ਪੈ ਕੇ ਪ੍ਰਮਾਤਮਾ ਦੀ ਹੋਂਦ ਤੋਂ ਖੁੰਝ ਕੇ ਜਗਤ ਜਨਮ ਮਰਨ ਦੇ ਗੇੜ ਵਿੱਚ ਪੈ ਰਿਹਾ ਹੈ। ਸਹੀ ਰਸਤਾ ਇਹ ਹੈ ਕਿ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਮਿਹਰ ਪ੍ਰਾਪਤ ਕਰਕੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਪੀਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 413ਵੇਂ ਅੰਗ ਤੇ ਵਿਰਾਜਮਾਨ ਇਸ ਪਹਿਲੀ ਅਸ਼ਟਪਦੀ ਦੇ ਵਿੱਚੋਂ ਸਾਨੂੰ ਬੜਾ ਹੀ ਕੁਝ ਸਿੱਖਣ ਨੂੰ ਮਿਲਿਆ ਹੈ। ਇਸੇ ਕਾਰਨ ਕਰਕੇ ਅੱਜ ਦੀ ਇਹ ਵੀਡੀਓ ਕਾਫੀ ਲੰਬੀ ਹੋ ਗਈ ਹੈ।
ਸੋ ਇਸ ਅੰਗ ਦੀ ਬਾਣੀ ਦੇ ਵਿੱਚ ਜੋ ਦੂਸਰੀ ਅਸ਼ਟਪਦੀ ਹੈ ਉਹ ਇਸੇ ਹੀ ਅੰਗ ਦੀ ਦੂਸਰੀ ਵੀਡੀਓ ਦੇ ਵਿੱਚ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਅੱਜ ਦੀ ਇਸ ਵੀਡੀਓ ਦੇ ਵਿੱਚੋਂ ਜਨਮ ਨੂੰ ਲੈ ਕੇ ਮੌਤ ਨੂੰ ਲੈ ਕੇ, ਮੌਤ ਦੇ ਬਾਅਦ ਸਾਡਾ ਰੋਣਾ, ਮੋਹ ਦੇ ਵਿੱਚ ਸਾਡਾ ਆਉਣਾ, ਹੋਰ ਜੀਵਨ ਦੀ ਲਾਲਸਾ, ਸੂਤਕ ਆਦਿਕ, ਇਹਨਾਂ ਸਾਰੀਆਂ ਹੀ ਗੱਲਾਂ ਦੇ ਬਾਰੇ 'ਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਪਰਮਾਤਮਾ ਸਾਡੇ ਸਭਨਾਂ 'ਤੇ ਮਿਹਰ ਕਰੇ, ਸਿੱਖੀਆਂ ਹੋਈਆਂ ਇਹਨਾਂ ਸਿੱਖਿਆਵਾਂ ਦਾ ਭਾਵ ਸਾਡੇ ਹਿਰਦਿਆਂ ਦੇ ਵਿੱਚ ਪੱਕਾ ਕਰੇ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।